ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 8ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਪੰਜਾਬੀ ਦੇ ਅੱਜ ਦੇ ਇਸ ਤੀਸਰੇ ਪੀਰੀਅਡ ਵਿੱਚ ਆਓ ਅਸੀਂ ਅੱਗੇ ਦੀ ਵਿਚਾਰ ਜਾਰੀ ਰੱਖਦੇ ਹਾਂ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਸੀ ਤੇ ਸਮਝਿਆ ਸੀ ਕਿ ਗੁਰਦੁਆਰਾ ਸਾਹਿਬ ਦਾ ਮਕਸਦ ਕੀ ਹੈ, ਅਸਲ ਵਿੱਚ ਗੁਰਦੁਆਰਾ ਕੀ ਹੈ ਤੇ ਗੁਰਦੁਆਰੇ ਵਿੱਚ ਕੀ ਕੀ ਹੁੰਦਾ ਹੈ। ਸੋ ਜਿੱਥੇ ਅਸੀਂ ਇਹ ਦੇਖਿਆ ਕਿ ਗੁਰਦੁਆਰੇ ਦਾ ਮਕਸਦ ਕੀ ਹੈ, ਗੁਰਦੁਆਰੇ ਵਿੱਚ ਪ੍ਰਬੰਧ ਕੀ ਹੁੰਦੇ ਹਨ, ਉੱਥੇ ਅਸੀਂ ਇਸ ਗੱਲ ਦੇ ਉੱਤੇ ਵੀ ਥੋੜਾ ਜਿਹਾ ਵਿਚਾਰ ਕੀਤਾ ਕਿ ਜੇਕਰ ਅਸੀਂ ਗੁਰਦੁਆਰੇ ਵਿੱਚ ਜਾਈਏ ਤੇ ਕਿਉਂਕਿ ਸਾਡੇ ਜੀਵਨ ਦਾ ਆਧਾਰ ਗੁਰਬਾਣੀ ਹੈ। ਬਾਣੀ ਇਸ ਕਰਕੇ ਹੈ ਕਿਉਂਕਿ ਬਾਣੀ ਸਾਨੂੰ ਸੱਚ ਦਾ ਗਿਆਨ ਕਰਾਉਂਦੀ ਹੈ। ਠੀਕ ਹੈ, ਤੇ ਜਦੋਂ ਸਾਨੂੰ ਸੱਚ ਦਾ ਗਿਆਨ ਹੁੰਦਾ ਹੈ ਤਾਂ ਸੁਭਾਵਕ ਹੈ ਕਿ ਸਾਡੇ ਹਿਰਦੇ ਵਿੱਚੋਂ, ਸਾਡੀ ਆਤਮਾ ਵਿੱਚੋਂ ਵਿਕਾਰਾਂ ਦੀ, ਪਾਪਾਂ ਦੀ ਮੈਲ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡਾ ਮਨ, ਸਾਡਾ ਹਿਰਦਾ ਨਿਰਮਲ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਸੱਚ ਦਾ ਟਿਕਾਣਾ ਹੋ ਜਾਂਦਾ ਹੈ। ਇਸ ਨੂੰ ਸੱਚ ਦੀ, ਇਸ ਦੇ ਨਾਲ ਜਾਂ ਹਿਰਦੇ ਦੀ ਸੱਚ ਦੇ ਨਾਲ ਸਾਂਝ ਹੋ ਜਾਂਦੀ ਹੈ ਤੇ ਸੱਚ ਹੀ ਪਰਮਾਤਮਾ ਹੈ, ਸੱਚ ਹੀ ਰੱਬ ਹੈ। ਸੋ ਇਸ ਕਰਕੇ ਅਸੀਂ ਗੁਰਦੁਆਰੇ ਵਿੱਚ ਸੱਚ ਦੀ ਵਿਚਾਰ ਸਮਝਣ, ਸੱਚ ਦੀ ਵਿਚਾਰ ਨੂੰ ਅਪਣਾਉਣ ਦੇ ਲਈ ਅਸੀਂ ਜਾਂਦੇ ਹਾਂ। ਆਪਣੇ ਹਿਰਦੇ ਨੂੰ ਸ਼ੁੱਧ ਕਰਨ ਦੀ ਜਾਂਚ ਸਿੱਖਣ ਦੇ ਲਈ ਅਸੀਂ ਗੁਰਦੁਆਰੇ ਜਾਂਦੇ ਹਾਂ। ਅਰਥਾਤ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਅਤੇ ਪਰਮਾਤਮਾ ਦੇ ਵਿਚਕਾਰ ਜੋ ਝੂਠ ਦੀ, ਕੂੜ ਦੀ ਦੀਵਾਰ ਹੈ, ਉਹ ਕਿਸ ਤਰ੍ਹਾਂ ਹਟੇਗੀ ਤੇ ਉਸ ਨੂੰ ਦੂਰ ਕਰਨ ਦੇ ਲਈ ਅਸੀਂ ਗੁਰਦੁਆਰੇ ਜਾਂਦੇ ਹਾਂ। ਹੁਣ ਜੇਕਰ ਅਗਰ ਗੁਰਦੁਆਰੇ ਵਿੱਚ ਸੱਚ ਦੀ ਵਿਚਾਰ ਨਾ ਹੋਵੇ, ਗੁਰਬਾਣੀ ਦੀ ਥਾਂ ਤੇ ਕੋਈ ਕਿਸੇ ਕਹਾਣੀਆਂ ਸੁਣਾਈਆਂ ਜਾਣ ਜਾਂ ਕਿਸੇ ਹੋਰ ਗ੍ਰੰਥ ਜਾਂ ਬਾਣੀ ਦੀ ਵਿਚਾਰ ਕੀਤੀ ਜਾਵੇ ਜਿਸ ਦੇ ਵਿੱਚ ਸੱਚ ਦੀ ਵਿਚਾਰ ਨਾ ਹੋਵੇ, ਤਾਂ ਫਿਰ ਇਸ ਨੂੰ ਅਸੀਂ ਸੱਚ ਦੀ ਵਿਚਾਰ ਨਹੀਂ ਕਹਿ ਸਕਦੇ, ਕਿਉਂਕਿ ਗੁਰਬਾਣੀ ਦੀ ਵਿਚਾਰ ਹੀ ਸੱਚ ਦੀ ਵਿਚਾਰ ਹੈ। ਸੋ ਇੱਥੇ ਸਾਨੂੰ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਗੁਰਦੁਆਰੇ ਜਿੱਥੇ ਧਰਮਸਾਲ ਹਨ, ਧਰਮਸਾਲ ਕਿਹਾ ਜਾਂਦਾ ਸੀ ਗੁਰਦੁਆਰਿਆਂ ਨੂੰ ਪਹਿਲੇ, ਕਿ ਉੱਥੇ ਕੇਵਲ ਗੁਰਦੁਆਰਾ ਹੀ ਧਰਮਸਾਲ ਨਹੀਂ ਹੈ, ਬਲਕਿ ਜਦੋਂ ਅਸੀਂ ਗੁਰਦੁਆਰੇ ਵਿੱਚ ਜਾ ਕੇ ਸੱਚ ਨੂੰ ਅਪਣਾਉਂਦੇ ਹਾਂ, ਸੱਚ ਨੂੰ ਸਮਝਦੇ ਹਾਂ, ਤਾਂ ਸਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਸਾਡਾ ਹਿਰਦਾ ਵੀ ਇੱਕ ਧਰਮਸਾਲ ਬਣ ਜਾਂਦਾ ਹੈ। ਕਿਉਂ? ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਹਨ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਇੱਥੇ ਭਾਈ ਗੁਰਦਾਸ ਜੀ ਇਸ ਪੰਕਤੀ ਦੇ ਰਾਹੀਂ ਇਹ ਸਪਸ਼ਟ ਕਰਦੇ ਹਨ ਕਿ ਗੁਰੂ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਹਰ ਇੱਕ ਮਨੁੱਖ ਦੇ ਅੰਦਰ ਸੱਚ ਦੀ ਵਿਚਾਰ ਹੋਵੇ ਤੇ ਜਦੋਂ ਕੋਈ ਵੀ ਮਨੁੱਖ ਸੱਚ ਦੀ ਵਿਚਾਰ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਦਾ ਮਨ ਸਾਫ਼, ਨਿਰਮਲ ਹੋ ਜਾਵੇਗਾ ਤੇ ਜਦ ਉਸ ਦਾ ਮਨ ਨਿਰਮਲ ਹੋ ਗਿਆ ਤੇ ਉਸ ਦਾ ਉਹ ਹਿਰਦਾ, ਉਹ ਮਨ ਹੀ ਧਰਮਸਾਲ ਬਣ ਜਾਂਦਾ ਹੈ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਤੇ ਇਹ ਅਸੀਂ ਸਪਸ਼ਟ ਵੀ ਕਰ ਚੁੱਕੇ ਹਾਂ। ਪਿਛਲੀ ਵਾਰ ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਸਮਝਦੇ ਹਾਂ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ, ਰੱਬ ਜੀ, ਅੱਲਾ ਜੀ, ਖੁਦਾ ਜੀ, ਗॉड ਜੀ
ਇਹ ਕਿਸੇ ਇੱਕ ਧਰਮ ਸਥਾਨ ਦੇ ਚਾਰ ਦੀਵਾਰੀ ਦੇ ਅੰਦਰ ਮੌਜੂਦ ਜਾਂ ਉਪਲਬਧ ਨਹੀਂ ਹੁੰਦੇ, ਬਲਕਿ ਉਹ ਤਾਂ ਹਰ ਥਾਂ ਹਰ ਜਗ੍ਹਾ ਹੁੰਦੇ ਹਨ। ਠੀਕ ਹੈ। ਸੋ ਜੇ ਸਾਡੇ ਹਿਰਦੇ ਵਿੱਚ ਸੱਚ ਵਸ ਗਿਆ ਤਾਂ ਫਿਰ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਅਸੀਂ ਸੱਚ ਦੀ ਹੀ ਵਿਚਾਰ ਕਰਾਂਗੇ, ਸੱਚ ਦੀ ਹੀ ਗੱਲ ਕਰਾਂਗੇ। ਠੀਕ ਹੈ ਜੀ। ਸੋ ਹੁਣ ਅਸੀਂ ਇੱਥੇ ਇੱਕ ਗੱਲ ਗੁਰਦੁਆਰੇ ਦੇ ਸੰਬੰਧ ਵਿੱਚ ਹੋਰ ਵੀ ਕਰਦੇ ਹਾਂ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਗੁਰਦੁਆਰੇ ਵਿੱਚ ਜਾ ਕੇ ਅਸੀਂ ਗੁਰੂ ਸਾਹਿਬ ਜੀ ਦੇ ਸਨਮੁਖ, ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਕਈ ਤਰ੍ਹਾਂ ਦੀਆਂ ਦੁਨਿਆਵੀ ਮੰਗਾਂ ਦੀ ਮੰਗ ਰੱਖਦੇ ਹਾਂ, ਅਰਦਾਸ ਕਰਦੇ ਹਾਂ। ਠੀਕ ਹੈ। ਤੇ ਹੁਣ ਅਰਦਾਸ ਤੇ ਅਸੀਂ ਕਰਦੇ ਹਾਂ, ਪਰ ਕੀ ਸਾਡਾ ਮਕਸਦ ਜਾਂ ਸਾਡਾ ਗੁਰਦੁਆਰੇ ਜਾਣਾ ਕੇਵਲ ਇਸ ਲਈ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਆਪਣੀਆਂ ਮੰਗਾਂ ਦੀ ਅਰਦਾਸ ਕਰਨੀ ਹੈ? ਕਿ ਇਸ ਤੋਂ ਇਲਾਵਾ ਸਾਨੂੰ ਗੁਰਦੁਆਰੇ ਜਾਣ ਦਾ ਹੋਰ ਕੋਈ ਪਰਪਸ ਨਹੀਂ ਹੁੰਦਾ? ਜਿਸ ਤਰ੍ਹਾਂ ਕਿ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਕਿ ਗੁਰਦੁਆਰੇ ਜਾਣ ਦਾ ਮਕਸਦ ਕੀ ਹੈ, ਗੁਰਦੁਆਰੇ ਅਸੀਂ ਜਾਣਾ ਕਿਉਂ ਹੈ। ਸੋ ਇਸ ਕਰਕੇ ਸਾਨੂੰ ਗੁਰਬਾਣੀ ਦੀ ਇਸ ਗੱਲ ਨੂੰ ਯਾਦ ਕਰਨਾ ਚਾਹੀਦਾ ਹੈ। ਇੱਕ ਗੁਰਬਾਣੀ ਦੇ ਸ਼ਬਦ ਵਿੱਚ ਆਂਦਾ ਹੈ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਅਸੀਂ ਅਗਰ ਗੁਰੂ ਸਾਹਿਬ ਤੋਂ ਕੁਝ ਮੰਗਣਾ ਹੀ ਹੈ ਕਿ ਉਹ ਮੰਗਣਾ ਹੈ, ਸਭ ਤੋਂ ਜ਼ਿਆਦਾ ਚੰਗਾ ਮੰਗਣ ਵਾਲੀ ਅਗਰ ਕੋਈ ਚੀਜ਼ ਹੈ ਤਾਂ ਉਹ ਇਹ ਮੰਗ ਕਰਨੀ ਹੈ कि परमात्मा जी, गुरु साहब जी, मेरे ते ऐसी कृपा बख्शिश करो कि मैं आप जी दी सच दी वडियाई, सच दी सिफत, सच दी तारीफ करदा रहा। ते जदों साडे हिरदे दे विच सच दी विचार आ जावेगी तां फिर साडा मन गुरुद्वारा ही बन जावेगा, धर्मशाल ही बन जावेगा। ਤੇ ਫਿਰ ਸਾਡੇ ਵਿੱਚ, ਸਾਡੇ ਹਿਰਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ, ਨਫ਼ਰਤ, ਵੈਰ, ਵਿਰੋਧ, ਕ੍ਰੋਧ ਨਹੀਂ ਰਹਿ ਜਾਏਗਾ। ਕਿਉਂ? ਕਿਉਂਕਿ ਜਦੋਂ ਅਸੀਂ ਰੱਬ ਦੇ ਵਿਚਾਰਾਂ ਦੀ ਸਾਂਝ ਕਰਾਂਗੇ, ਸੱਚ ਦੇ ਨਾਲ ਜੁੜਾਂਗੇ, ਤਾਂ ਸਾਡੇ ਅੰਦਰ ਵੀ ਉਹ ਸਾਰੇ ਸੱਚ ਵਾਲੇ ਗੁਣ ਹੀ ਆ ਜਾਣਗੇ। ਤੇ ਸੱਚ ਹੀ ਰੱਬ ਜੀ ਹਨ, ਸੱਚ ਹੀ ਪਰਮਾਤਮਾ ਹੈ। ਤੇ ਜਦ ਸਾਡੇ ਅੰਦਰ ਰੱਬੀ ਗੁਣ ਆ ਜਾਣਗੇ ਤਾਂ ਸਾਡੇ ਅੰਦਰੋਂ ਇਹ ਜਿਹੜੀਆਂ ਬੁਰਾਈਆਂ ਹਨ ਇਹ ਆਪਣੇ ਆਪ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰਬਾਣੀ ਦਾ ਇੱਕ ਹੋਰ ਉਦਾਹਰਣ ਅਸੀਂ ਲੈਂਦੇ ਹਾਂ, ਜਿਸ ਤੋਂ ਪਹਿਲੇ ਸਾਨੂੰ ਇਹ ਵੀ ਇੱਕ ਸਮਝਣਾ ਜ਼ਰੂਰੀ ਹੈ ਕਿ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਕਈ ਮਤਾਂ ਵਿੱਚ, ਜਿਸ ਤਰ੍ਹਾਂ ਇਸਲਾਮ ਦੇ ਵਿੱਚ ਅਗਰ ਉਹ ਹਜ ਕਰਕੇ ਆਉਂਦੇ ਹਨ, ਹਜ ਕਰਨ ਜਾਂਦੇ ਹਨ, ਤੇ ਹਜ ਕਰਨ ਤੋਂ ਬਾਅਦ ਸਮਝਿਆ ਜਾਂਦਾ ਹੈ ਕਿ ਅਗਰ ਕੋਈ ਇਸਲਾਮ ਮਤ ਦਾ ਧਾਰਨੀ ਹੈ ਕਿ ਉਸਨੂੰ ਹਜ ਜ਼ਰੂਰ ਕਰਨਾ ਚਾਹੀਦਾ ਹੈ। ਹਜ ਕਰਕੇ ਉਹ ਨਿਰਮਲ ਪਵਿੱਤਰ ਹੋ ਜਾਂਦਾ ਹੈ, ਜਾਂ ਹਜ ਕਰਨ ਦੇ ਨਾਲ ਉਹ ਆਪਣੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਐਸਾ ਕੁਝ ਲੋਕਾਂ ਦਾ ਮੰਨਣਾ ਹੈ, ਇਸਲਾਮ ਮਤ ਦੇ ਧਾਰਨੀਆਂ ਦਾ। ਸਨਾਤਨ ਜਾਂ ਹਿੰਦੂ ਧਰਮ ਜਿਸ ਨੂੰ ਅਸੀਂ ਕਹਿੰਦੇ ਹਾਂ, ਹਿੰਦੂ ਮਤ ਵਿੱਚ, ਸਨਾਤਨ ਮਤ ਵਿੱਚ ਤੀਰਥ ਸਥਾਨਾਂ ਦਾ ਬੜਾ ਮਹੱਤਵ ਹੈ। ਤੇ ਇਸੇ ਲਈ ਜ਼ਿਆਦਾਤਰ ਤੀਰਥ ਸਥਾਨਾਂ ਦੇ ਵਿੱਚ ਆਸ-ਪਾਸ ਨਦੀ, ਸਰੋਵਰ ਇਸ ਤਰ੍ਹਾਂ ਦੇ ਹੁੰਦੇ ਹਨ ਜਿੱਥੇ ਇਸ਼ਨਾਨ ਕਰਕੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਪਾਪ ਧੁੱਲ ਜਾਂਦੇ ਹਨ, ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਉਹਨਾਂ ਦੀ ਦੇਖਾ ਦੇਖੀ ਅਸੀਂ ਵੀ, ਜੋ ਕਿ ਸਿੱਖ ਮਤ ਦੇ ਧਾਰਨੀ ਹਨ, ਸਿੱਖ ਮਤ ਨੂੰ ਮੰਨਦੇ ਹਨ, ਉਹਨਾਂ ਨੇ ਵੀ ਇਹ ਸਮਝ ਲਿਆ ਕਿ ਸ਼ਾਇਦ ਜਿਸ ਤਰ੍ਹਾਂ ਸਾਡੇ ਦੂਸਰੇ ਮਤਾਂ ਦੇ ਵੀਰਾਂ
ਜਾਂ ਲੋਕਾਂ ਦਾ ਵਿਸ਼ਵਾਸ ਹੈ। ਇਸੇ ਤਰ੍ਹਾਂ ਜੇਕਰ ਅਸੀਂ ਵੀ ਕਿਸੇ ਖਾਸ ਧਰਮ ਸਥਾਨ, ਭਾਵੇਂ ਉਸਨੂੰ ਅਸੀਂ ਹਰਮੰਦਰ ਸਾਹਿਬ ਦਾ ਸਰੋਵਰ ਕਹਿ ਲਈਏ, ਤਰਨ ਤਾਰਨ ਦਾ ਸਰੋਵਰ ਕਹਿ ਲਈਏ, ਜਾਂ ਹੋਰ ਕੋਈ ਵੀ ਗੁਰਦੁਆਰਾ ਜਿਸ ਦੇ ਨਾਲ ਸਰੋਵਰ ਹੋਵੇ, ਤੇ ਉੱਥੇ ਦੇ ਸਰੋਵਰ ਦੀ ਅਸੀਂ ਗੱਲ ਕਰੀਏ ਕਿ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਪਾਪ ਦੂਰ ਹੋ ਜਾਣਗੇ, ਮਿਟ ਜਾਣਗੇ, ਧੁੱਲ ਜਾਣਗੇ, ਤਾਂ ਇਹ ਸਾਡਾ ਸਿਰਫ ਇੱਕ ਮਨ ਦੀ ਕਲਪਨਾ ਹੈ ਜਿਹੜੀ ਸੱਚਾਈ ਤੋਂ ਬਹੁਤ ਦੂਰ ਹੈ। ਕਿਉਂਕਿ ਗੁਰਮਤ ਵਿੱਚ, ਸਿੱਖ ਮਤ ਵਿੱਚ ਇਸ ਤਰ੍ਹਾਂ ਦੇ ਤੀਰਥ ਸਥਾਨ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਜਾਂ ਕੋਈ ਮਹਾਨਤਾ ਨਹੀਂ ਦੱਸੀ ਗਈ, ਬਲਕਿ ਗੁਰਬਾਣੀ ਤਾਂ ਕਹਿੰਦੀ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਸਲ ਵਿੱਚ ਤੀਰਥ ਦਾ ਜਿਹੜਾ ਕਨਸੈਪਟ ਹੈ, ਅਸਲ ਤੀਰਥ ਜੋ ਹੈ ਉਹ ਹੈ ਪਰਮਾਤਮਾ ਦੀ ਯਾਦ, ਅਕਾਲ ਪੁਰਖ ਪਰਮਾਤਮਾ ਦਾ ਗੁਣਗਾਨ ਕਰਨਾ, ਉਸ ਦੀ ਵਡਿਆਈ ਕਰਨੀ, ਉਸ ਦਾ ਨਾਮ ਲੈਣਾ। ਤੇ ਫਿਰ ਅੱਗੇ ਹੋਰ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਅਸਲ ਵਿੱਚ ਤੀਰਥ ਹੈ ਪਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨਾ, ਉਸ ਨੂੰ ਸਮਝਣਾ ਤੇ ਉਸ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਅਪਣਾਉਣਾ, ਢਾਲ ਲੈਣਾ, ਅਸਲ ਵਿੱਚ ਇਹ ਤੀਰਥ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਾਂਗੇ, ਉਸ ਦੇ ਅਰਥ ਨੂੰ ਸਮਝਾਂਗੇ, ਤਾਂ ਸਾਨੂੰ ਸੋਝੀ ਆਵੇਗੀ, ਸਾਡੇ ਹਿਰਦੇ ਵਿੱਚ ਸੱਚ ਦਾ ਗਿਆਨ ਹੋਵੇਗਾ, ਤਾਂ ਹੀ ਉਹ ਤੀਰਥ ਕਹਿਲਾਂਦਾ ਹੈ। ਸੋ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਐ ਮਨੁੱਖ, ਤੂੰ ਸੱਚ ਦੀ ਵਿਚਾਰ ਲੈ ਕੇ ਤੀਰਥ ਬਣ ਜਾ, ਤੇ ਫਿਰ ਜਿੱਥੇ ਵੀ ਤੂੰ ਜਾਏਂਗਾ ਤਾਂ ਤੂੰ ਲੋਕਾਂ ਦੇ ਲਈ ਤੁਰਦਾ ਫਿਰਦਾ ਗੁਰਦੁਆਰਾ ਬਣ ਜਾਏਂਗਾ, ਤੂੰ ਤੁਰਦਾ ਫਿਰਦਾ ਗੁਰਦੁਆਰਾ ਹੋ ਜਾਏਂਗਾ। ਸੋ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਆਪਣੀ ਝੂਠ ਦੀ ਦੀਵਾਰ ਨੂੰ ਹਟਾ ਕੇ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ, ਸੱਚ ਨੂੰ ਆਪਣੇ ਹਿਰਦੇ ਅੰਦਰ ਮਹਿਸੂਸ ਕਰਕੇ, ਰੱਬ ਜੀ ਦੇ ਨਾਲ ਇੱਕ ਮਿਕਤਾ ਮਹਿਸੂਸ ਕਰਕੇ ਅਸੀਂ ਗੁਰਦੁਆਰਾ ਬਣਨਾ ਹੈ, ਤਾਂ ਕਿ ਅਸੀਂ ਜਿੱਥੇ ਵੀ ਜਾਈਏ ਸਾਡੇ ਤੋਂ ਸੱਚ ਦਾ ਹੀ ਪ੍ਰਗਟਾਵਾ ਹੋਵੇ। ਸਾਨੂੰ ਦੇਖ ਕੇ, ਸਾਡੇ ਨਾਲ ਗੱਲ ਕਰਕੇ, ਅਸੀਂ ਜਿਸ ਦੇ ਨਾਲ ਵੀ ਗੱਲ ਕਰੀਏ ਸੱਚ ਦੀ ਹੀ ਗੱਲ ਕਰੀਏ। ਕਿਉਂਕਿ ਗੁਰਬਾਣੀ ਦਾ ਇੱਕ ਹੋਰ ਫਰਮਾਨ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਐ। ਅਰਥਾਤ ਇਸ ਦਾ ਮਤਲਬ ਹੈ, ਫਰੀਦ ਜੀ ਦੀ, ਭਗਤ ਫਰੀਦ, ਸ਼ੇਖ ਫਰੀਦ ਜੀ ਦੀ ਇਹ ਬਾਣੀ ਦੇ ਵਿੱਚੋਂ ਇਹ ਪੰਕਤੀ ਹੈ, ਇਹ ਤੁਕ ਹੈ, ਜਿਸ ਦੇ ਵਿੱਚ ਸ਼ੇਖ ਫਰੀਦ ਜੀ ਸਮਝਾਉਂਦੇ ਹਨ, ਬੋਲੀਐ ਸੱਚ ਧਰਮ। ਅਸਲ ਧਰਮ ਜਿਹੜਾ ਹੈ ਉਹ ਸੱਚ ਹੈ, ਤੇ ਅਸੀਂ ਸੱਚ ਦੀ ਗੱਲ ਕਰੀਏ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਅਸੀਂ ਕਿਸੇ ਦੇ ਨਾਲ ਝੂਠ ਨਾ ਬੋਲੀਏ, ਅਸੀਂ ਕਿਸੇ ਦੇ ਨਾਲ ਬੁਰਾਈ ਨਾ ਕਰੀਏ। ਜੋ ਗੁਰ ਦੱਸੇ ਬਾਟ, ਅਰਥਾਤ ਗੁਰੂ ਸਾਨੂੰ ਜੋ ਵੀ ਰਸਤਾ ਦੱਸਦਾ ਹੈ, ਗੁਰੂ ਸਾਨੂੰ ਜੋ ਵੀ ਦਰਸਾਉਂਦਾ ਹੈ, ਜੋ ਮਾਰਗ ਸਾਨੂੰ ਸਿਖਾਉਂਦਾ ਹੈ, ਉਸ ਦੇ ਉੱਤੇ ਅਸੀਂ ਤੁਰੀਏ, ਉਸ ਦੇ ਉੱਤੇ ਅਸੀਂ ਚੱਲੀਏ। ਸੋ ਸਾਡਾ ਪਰਪਸ, ਅਸੀਂ ਗੁਰਦੁਆਰੇ, ਸਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਧਰਮ ਸਥਾਨ ਤੇ ਗੁਰਦੁਆਰੇ ਵਿੱਚ ਆਪਣੀ ਦੁਨਿਆਵੀ ਮੰਗਾਂ ਲੈ ਕੇ ਨਹੀਂ ਜਾਣਾ, ਜੋ ਕਿ ਸਾਡੀ ਆਮ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਅਸੀਂ ਦੁਨਿਆਵੀ ਮੰਗਾਂ ਮੰਗਦੇ ਹਾਂ। ਸਾਡਾ ਬੰਗਲਾ ਹੋਵੇ, ਸਾਨੂੰ ਗੱਡੀ ਮਿਲ ਜਾਵੇ, ਸਾਡੇ ਪੁੱਤਰ ਦੀ ਦਾਤ ਹੋ ਜਾਵੇ, ਸਾਨੂੰ ਇਹ ਦਾਤ ਮਿਲ ਜਾਵੇ, ਅਸੀਂ ਦਾਤਾਂ ਹੀ ਮੰਗਦੇ ਰਹਿ ਜਾਂਦੇ ਹਾਂ। ਪਰ ਅਸਲ ਚੀਜ਼ ਜੋ ਪਰਮਾਤਮਾ ਤੋਂ ਮੰਗਣੀ ਹੈ ਉਹ ਹੈ ਪਰਮਾਤਮਾ ਦਾ ਨਾਮ। ਉਹ ਅਸੀਂ ਪਰਮਾਤਮਾ ਦਾ ਨਾਮ ਨਹੀਂ ਮੰਗਦੇ, ਸੱਚ ਦੀ ਗੱਲ ਨਹੀਂ ਮੰਗਦੇ। ਸੋ ਇੱਥੇ
ਗੁਰਦੁਆਰੇ ਦਾ ਟੌਪਿਕ ਤੁਹਾਡਾ ਚੈਪਟਰ ਜਿਹੜਾ ਹੈ ਉਹ ਕੰਪਲੀਟ ਹੁੰਦਾ ਹੈ। ਹੁਣ ਅਗਲਾ ਟੌਪਿਕ ਜਿਹੜਾ ਹੈ ਉਹ ਹੈ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਦੇ ਬਾਰੇ ਅਸੀਂ ਜੋ ਵੀ ਵਿਚਾਰ ਕਰਾਂਗੇ ਉਹ ਅਗਲੇ ਪੀਰੀਅਡ ਵਿੱਚ ਕਰਾਂਗੇ, ਅਗਲੇ ਲੈਕਚਰ ਵਿੱਚ ਕਰਾਂਗੇ। ਸੋ ਇਸ ਗੁਰਦੁਆਰੇ ਦੇ ਚੈਪਟਰ ਦੇ ਵਿੱਚ ਤੁਹਾਨੂੰ ਅਗਰ ਕੋਈ ਚੀਜ਼ਾਂ ਸਮਝ ਵਿੱਚ ਨਹੀਂ ਆਈਆਂ ਤਾਂ ਉਹ ਤੁਸੀਂ ਮੈਨੂੰ WhatsApp ਕਰਕੇ ਜਾਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਹਾਂ, ਇਸ ਨੂੰ ਗੁਰਦੁਆਰੇ ਦੇ ਸੰਬੰਧ ਵਿੱਚ ਪਿਛਲੇ ਤਿੰਨੋਂ ਲੈਕਚਰਾਂ ਦੇ ਵਿੱਚ ਤੁਹਾਨੂੰ ਅਗਰ ਕੋਈ ਸ਼ਬਦ ਸਮਝ ਵਿੱਚ ਨਾ ਆਇਆ ਹੋਵੇ ਉਸ ਨੂੰ ਤੁਸੀਂ ਨੋਟ ਕਰਕੇ ਮੈਥੋਂ ਉਸ ਦਾ ਮੀਨਿੰਗ ਵੀ ਪੁੱਛ ਸਕਦੇ ਹੋ। ਇਸ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਗੱਲ ਸਮਝਣ ਦੇ ਲਈ ਕੋਈ ਕੁਐਸਚਨ ਤੁਹਾਡੇ ਮਨ ਵਿੱਚ ਆਂਦਾ ਹੈ ਤੁਸੀਂ ਉਹ ਵੀ ਪੁੱਛ ਸਕਦੇ ਹੋ। ਸੋ ਅੱਜ ਦੇ ਲਈ ਇਤਨਾ ਹੀ। ਬਾਕੀ ਹਾਂ, ਇਤਨਾ ਮੈਂ ਜ਼ਰੂਰ ਫਿਰ ਤੁਹਾਨੂੰ ਰਿਪੀਟ ਕਰਾਂਗਾ ਕਿ ਆਪਣੀ ਪੰਜਾਬੀ ਦੀ ਕਾਪੀ ਨੋਟਬੁੱਕਸ ਜ਼ਰੂਰ ਤਿਆਰ ਕਰ ਲੈਣਾ। ਉਸ ਦੇ ਵਿੱਚ ਅਸੀਂ ਆਪਣੇ ਪੰਜਾਬੀ ਤੋਂ ਰਿਲੇਟਡ ਜਿਤਨੀਆਂ ਵੀ ਗੱਲਾਂ, ਭਾਵੇਂ ਉਹ ਸ਼ਬਦ ਅਰਥ ਹਨ ਤੇ ਭਾਵੇਂ ਉਹ ਪ੍ਰਸ਼ਨ ਉੱਤਰ ਹਨ, ਜੋ ਵੀ ਕੁਝ ਅਸੀਂ ਡਿਸਕਸ ਕਰਾਂਗੇ ਜਾਂ ਜੋ ਵੀ ਕੁਝ ਹੋਵੇਗਾ ਉਸ ਨੂੰ ਤੁਸੀਂ ਉਸ ਦੇ ਵਿੱਚ ਨੋਟ ਕਰਨਾ ਹੈ। ਤੇ ਫਿਰ ਜਦੋਂ ਲਾਕਡਾਊਨ ਖਤਮ ਹੋਏਗਾ ਤੇ ਸਕੂਲ ਸ਼ੁਰੂ ਹੋਣਗੇ, ਰੈਗੂਲਰ ਪੀਰੀਅਡ ਸ਼ੁਰੂ ਹੋਣਗੇ ਤਾਂ ਅਸੀਂ ਉਹ ਕਾਪੀਆਂ ਚੈੱਕ ਕਰ ਲਵਾਂਗੇ। ਹਾਂ, ਉਸ ਤੋਂ ਪਹਿਲੇ ਤੁਹਾਡੀ ਕਾਪੀ ਤੁਸੀਂ WhatsApp ਤੇ ਚੈੱਕ ਕਰਾਉਣਾ ਚਾਹੋ ਤੇ ਬੇਸ਼ੱਕ ਆਪਣੀ ਕਾਪੀ ਦੀ ਫੋਟੋ ਕਰਕੇ ਉਸ ਨੂੰ ਪੋਸਟ ਕਰ ਦਿਓ ਮੈਨੂੰ, ਕਿ ਉਹ ਦੇਖ ਕੇ ਮੈਂ ਤੁਹਾਨੂੰ ਉਸ ਦੇ ਵਿੱਚ ਗਲਤੀਆਂ ਦੱਸ ਦਿਆਂਗਾ ਤਾਂ ਕਿ ਤੁਸੀਂ ਉਸ ਨੂੰ ਠੀਕ ਕਰ ਸਕੋ ਜੇਕਰ ਕੋਈ ਗਲਤੀ ਹੁੰਦੀ ਹੈ। ਸੋ ਅੱਜ ਦੇ ਲਈ ਇਤਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।